जो दुनिया को दिखाई दे उसे खामोशी कहते हैं। जो दुनिया को दिखाई दे उसे खामोशी कहते हैं और जो आंखों में दिखाई दे उसे ਜਨੂਨ कहते हैं। तो सर मेरे ਵਿੱਚ ਵੀ ਉਹ ਇੱਕ ਜਨੂਨ ਸੀਗਾ ਕਿ ਮੈਂ ਮੈਡਲ ਜਿੱਤਣਾ, ਤਾਂ ਫਿਰ ਇਹਦੇ ਲਈ ਮੈਂ ਬਹੁਤ ਜ਼ਿਆਦਾ ਐਫਰਟਸ ਕੀਤੇ, ਹਾਰਡ ਵਰਕ ਕੀਤਾ। ਤੁਸੀਂ 골ਡ ਮੈਡਲ ਜਿੱਤਿਆ, ਇਹ ਤੁਸੀਂ ਮੈਂ ਕਹਿ ਸਕਦਾ ਵੀ ਇਹ ਇੰਡੀਆ ਦਾ ਹੈਗਾ ਪਹਿਲਾ ਜਿਹੜਾ ਤੁਹਾਨੂੰ 골ਡ ਮੈਡਲ ਮਿਲਿਆ। ਜਿਸ ਤਰੀਕੇ ਨਾਲ ਮਿਲਿਆ ਉਸ ਤਰੀਕੇ ਨਾਲ ਕੋਈ ਪਿੰਡ 'ਚੋਂ ਸਹਿਯੋਗ ਮਿਲਿਆ ਜਾਂ ਤੁਹਾਨੂੰ ਕੋਈ ਬਾਹਰੋਂ ਸਹਿਯੋਗ ਮਿਲਿਆ? ਮੇਰੇ ਨਾਲ ਬਿਹਾਰ ਦੇ ਬੱਚੇ, ਦਿੱਲੀ ਦੇ, ਯੂਪੀ ਦੇ, ਉੜੀਸਾ ਦੇ, ਮੱਧ ਪ੍ਰਦੇਸ਼ ਦੇ, ਤਾਂ ਪੰਜਾਬ, ਹਰਿਆਣਾ, ਸਾਰੇ ਸਟੇਟਾਂ ਦੇ ਲਗਭਗ ਬੱਚੇ ਸੀਗੇ। ਸਰ ਯੂਨੀਵਰਸਿਟੀ ਦੇ ਵਿੱਚ ਸਾਡੇ 29 ਸਟੇਟਾਂ ਦੇ ਬੱਚੇ ਜਿਹੜੇ ਉੱਥੇ ਪੜ੍ਹ ਰਹੇ ਨੇ। ਸਟੇਟਾਂ ਦੇ ਵਿੱਚੋਂ ਤੁਸੀਂ ਜਿਹੜੇ ਤੁਹਾਡੇ ਨਾਲ ਬੱਚੇ ਉਹਨਾਂ ਤੋਂ ਤੁਸੀਂ ਟੌਪ ਕੀਤਾ। ਪੰਜਾਬੀ ਸੀ, ਜਿੱਦਾਂ ਮੇਰੀ ਮਾਂ ਬੋਲੀ ਪੰਜਾਬੀ ਹੈ, ਮੈਂ ਲੈਣ ਨੂੰ ਪੰਜਾਬੀ ਸਬਜੈਕਟ ਵੀ ਲੈ ਸਕਦੀ ਸੀ ਤੇ ਵਧੀਆ ਕਰ ਸਕਦੀ ਸੀ। ਪਰ ਸਰ ਮੇਰੀ ਸੋਚ ਜੋ ਸੀ ਥੋੜੀ ਪਹਿਲਾਂ ਤੋਂ ਹੀ ਅਲੱਗ ਸੀ। ਇੱਕ ਅਲੱਗ ਖੇਤਰ ਵੱਲ ਮੈਂ ਜਾਣਾ ਚਾਹੁੰਦੀ ਸੀ। ਮੇਰੇ ਸ਼ਬਦ ਸਰ ਆਟੋਮੈਟਿਕਲੀ ਹਿੰਦੀ ਦੇ ਆ ਜਾਂਦੇ ਸੀਗੇ। ਰਸਤੇ 'ਚ ਵੀ ਆਉਂਦੇ ਜਾਂਦੇ ਲੋਕਾਂ ਨੂੰ ਮਿਲਣਾ ਜਾਂ ਕਿਸੇ ਕੰਮ ਤੇ ਜਾਣਾ ਜਾਂ ਫਿਰ ਘਰੇ ਲਗਾ ਲਓ ਤਾਂ ਮੈਂ ਹਿੰਦੀ ਬੋਲ ਲੈਂਦੀ ਸੀ ਸਰ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਲੋਕ ਓਪੀਨੀਅਨ ਟੀਵੀ। ਮੈਂ ਹਾਂ ਪਰਮਿੰਦਰ ਸਿੰਘ। ਸਾਡੀਆਂ ਜੇ ਗੱਲ ਕਰੇ ਧੀਆਂ ਦੀ ਤਾਂ ਧੀਆਂ ਕਿਸੇ ਗੱਲੋਂ ਘੱਟ ਨਹੀਂ, ਕਿਉਂਕਿ ਜੇ ਬੇਸ਼ੱਕ ਮਾਤਾ ਸਾਹਿਬ ਕੌਰ ਦੀ ਗੱਲ ਕਰੀਏ, ਝਾਂਸੀ ਦੀ ਰਾਣੀ ਦੀ ਗੱਲ ਕਰੀਏ, ਉਦੋਂ ਤੋਂ ਲੈ ਕੇ ਹੁਣ ਤੱਕ ਦੀਆਂ ਸਾਡੀਆਂ ਪੰਜਾਬ ਦੀਆਂ ਧੀਆਂ ਪੰਜਾਬ ਨੂੰ ਐਪਰੀਸ਼ੀਏਟ ਕਰ ਰਹੀਆਂ ਨੇ, ਪੰਜਾਬ ਨੂੰ ਅੱਗੇ ਲਿਜਾਣ ਦੀ ਕੋਸ਼ਿਸ਼ ਕਰ ਰਹੀਆਂ ਨੇ। ਗੱਲ ਕਰੀਏ ਤਲਵੰਡੀ ਸਾਬੋ ਦੀ ਤਾਂ ਤਲਵੰਡੀ ਸਾਬੋ ਦੇ ਏਰੀਏ ਦੇ ਵਿੱਚ ਪਿੰਡ ਪੈਂਦਾ ਗਿਆਨਾ ਦੀ ਇੱਕ ਕੁੜੀ ਗੁਰਪ੍ਰੀਤ ਕੌਰ ਨੇ ਜਿਹੜਾ ਐਜੂਕੇਸ਼ਨ ਦੇ ਵਿੱਚ 골ਡ ਮੈਡਲ ਜਿੱਤਿਆ ਹੈ। ਸਾਡੇ ਨਾਲ ਖੁਦ ਗੁਰਪ੍ਰੀਤ ਕੌਰ ਹੈ, ਗੱਲਬਾਤ ਕਰਾਂਗੇ। ਜਿਹੜਾ ਤੁਸੀਂ ਹੈਗੀ ਆ ਕਿਸ ਵਿਸ਼ੇ 'ਤੇ ਜਿਹੜੀ ਪੜ੍ਹਾਈ ਤੁਸੀਂ ਕੀਤੀ ਹੈ? ਸਰ ਮੈਂ ਐਮਏ ਹਿੰਦੀ ਕੀਤੀ ਹੋਈ ਹੈ। 2019 ਦੇ ਵਿੱਚ ਮੈਂ ਦਾਖਲਾ ਲਿੱਤਾ ਸੀ ਤਾਂ 2021 ਤੱਕ ਜਿਹੜੀ ਮੈਂ ਐਮਏ ਦੀ ਕੰਪਲੀਟ ਕਰ ਲਈ ਸੀ। ਜਿਹੜਾ ਤੁਹਾਨੂੰ ਇਹ ਮੈਡਲ ਮਿਲਿਆ, ਇਹ 골ਡ ਮੈਡਲ ਮਿਲਿਆ, ਇਹ ਕਿੰਨੇ ਸਟੂਡੈਂਟ ਸੀ ਤੁਹਾਨੂੰ ਤੇ ਕਿਹੜੀਆਂ ਸਟੇਟਾਂ ਦੇ ਵਿੱਚ ਜਿਹੜੇ ਉੱਥੇ ਬੱਚੇ ਪੜ੍ਹਦੇ ਸੀਗੇ? ਸਰ ਸਟੂਡੈਂਟ ਕਾਫੀ ਜ਼ਿਆਦਾ ਸੀ। ਤਾਂ ਮੇਰੇ ਨਾਲ ਬਿਹਾਰ ਦੇ ਬੱਚੇ, ਦਿੱਲੀ ਦੇ, ਯੂਪੀ ਦੇ, ਉੜੀਸਾ ਦੇ, ਮੱਧ ਪ੍ਰਦੇਸ਼ ਦੇ, ਤਾਂ ਪੰਜਾਬ, ਹਰਿਆਣਾ, ਸਾਰੇ ਸਟੇਟਾਂ ਦੇ ਲਗਭਗ ਬੱਚੇ ਸੀਗੇ। ਸਰ ਯੂਨੀਵਰਸਿਟੀ ਦੇ ਵਿੱਚ ਸਾਡੇ 29 ਸਟੇਟਾਂ ਦੇ ਬੱਚੇ ਜਿਹੜੇ ਉੱਥੇ ਪੜ੍ਹ ਰਹੇ ਨੇ। 29 ਸਟੇਟਾਂ ਦੇ ਵਿੱਚੋਂ ਤੁਸੀਂ ਜਿਹੜੇ ਤੁਹਾਡੇ ਨਾਲ ਬੱਚੇ ਉਹਨਾਂ ਤੋਂ ਤੁਸੀਂ ਟੌਪ ਕੀਤਾ। ਫਿਰ ਹਿੰਦੀ ਕਿਉਂ ਲਈ? ਪੰਜਾਬੀ ਵੀ ਹੋ ਸਕਦੀ, ਇੰਗਲਿਸ਼ ਵੀ ਹੋ ਸਕਦੇ, ਹਿੰਦੀ ਵੱਲ ਰੁਝਾਨ ਕਿਸ ਤਰ੍ਹਾਂ ਹੋਇਆ? ਸਰ ਹਿੰਦੀ ਵੱਲ ਰੁਝਾਨ ਇਸ ਤਰ੍ਹਾਂ ਹੋਇਆ ਕਿ ਪੰਜਾਬੀ ਸੀ, ਜਿੱਦਾਂ ਮੇਰੀ ਮਾਂ ਬੋਲੀ ਪੰਜਾਬੀ ਹੈ, ਮੈਂ ਲੈਣ ਨੂੰ ਪੰਜਾਬੀ ਸਬਜੈਕਟ ਵੀ ਲੈ ਸਕਦੀ ਸੀ ਤੇ ਵਧੀਆ ਕਰ ਸਕਦੀ ਸੀ। ਪਰ ਸਰ ਮੇਰੀ ਸੋਚ ਜੋ ਸੀ ਥੋੜੀ ਪਹਿਲਾਂ ਤੋਂ ਹੀ ਅਲੱਗ ਸੀ। ਇੱਕ ਅਲੱਗ ਖੇਤਰ ਵੱਲ ਮੈਂ ਜਾਣਾ ਚਾਹੁੰਦੀ ਸੀ। ਤਾਂ ਸਭ ਤੋਂ ਕੁਝ ਵੱਖਰਾ ਕਰਨ ਦੇ ਲਈ ਮੈਂ ਜਿਹੜੀ ਹੈ ਸਰ ਹਿੰਦੀ ਸਬਜੈਕਟ ਨੂੰ ਚੂਜ਼ ਕੀਤਾ ਸੀ, ਕਿਉਂਕਿ ਮੇਰਾ ਇਹ ਇਰਾਦਾ ਸੀ ਕਿ ਪੰਜਾਬੀ ਭਾਸ਼ਾ ਅਸੀਂ ਸ਼ੁਰੂ ਤੋਂ ਸਿੱਖਦੇ ਆ ਰਹੇ ਹਾਂ, ਉਹਦੇ ਨਾਲ ਅਸੀਂ ਜੁੜੇ ਹੋਏ ਹਾਂ ਅੰਦਰੋਂ ਵੀ ਸਰ, ਭਾਵਨਾਤਮਕ ਤੌਰ 'ਤੇ ਵੀ ਤੇ ਉਂਝ ਵੀ ਸਮਾਜਿਕ ਤੌਰ 'ਤੇ ਵੀ। ਪਰ ਹਿੰਦੀ ਇੱਕ ਅਜਿਹੀ ਭਾਸ਼ਾ ਸੀ ਜੋ ਸਾਡੀ ਹਿੰਦੀ ਤਾਂ ਨਹੀਂ ਹੈਗੀ, ਗੈਰ ਹਿੰਦੀ ਭਾਸ਼ੀ ਖੇਤਰ ਤੋਂ ਅਸੀਂ ਆਉਂਦੇ ਹਾਂ, ਕਿਉਂਕਿ ਪੰਜਾਬ ਦੇ ਹਾਂ। ਹਿੰਦੀ ਭਾਸ਼ੀ ਖੇਤਰ ਸਾਨੂੰ ਪਤਾ 10 ਨੇ, ਜਿੱਦਾਂ ਬਿਹਾਰ ਹੋ ਗਿਆ, ਝਾਰਖੰਡ ਹੋ ਗਿਆ, ਮੱਧ ਪ੍ਰਦੇਸ਼ ਹੋ ਗਿਆ ਸਰ, ਦਿੱਲੀ ਹੋ ਗਿਆ, ਰਾਜਸਥਾਨ ਹੋ ਗਿਆ, ਹਿਮਾਚਲ ਹੋ ਗਿਆ। ਤਾਂ ਮੇਰਾ ਇਹ ਇਰਾਦਾ ਸੀ ਕਿ ਮੈਂ ਕੋਈ ਨਵੀਂ ਭਾਸ਼ਾ ਵੀ ਸਰ ਸਿੱਖਾਂ। ਠੀਕ ਹੈ, ਅਸੀਂ ਕਹਿਣ ਨੂੰ ਥੋੜ੍ਹੀ ਬਹੁਤ ਹਿੰਦੀ ਬੋਲ ਲੈਂਦੇ ਹਾਂ, ਪਰ ਉਹ ਸਿੱਖਣਾ ਨਹੀਂ ਸੀਗਾ। ਮੈਂ ਚੰਗੀ ਤਰ੍ਹਾਂ ਇਸ ਭਾਸ਼ਾ ਨੂੰ ਜਾਣਨਾ ਚਾਹੁੰਦੀ ਸੀ। ਇਹਦਾ ਇਤਿਹਾਸ ਕੀ ਆ, ਕਿੱਦਾਂ ਇਹ ਸ਼ੁਰੂ ਹੋਈ, ਇਹਦਾ ਕਲਚਰ, ਇਹਦਾ ਜੋ ਹੈ ਸੱਭਿਆਚਾਰ ਕੀ ਹੈ, ਇਹਦੇ ਵਿੱਚ ਸਾਹਿਤ ਕਿਹੋ ਜਿਹਾ ਲਿਖਿਆ ਗਿਆ, ਉਹ ਸਾਰੀਆਂ ਚੀਜ਼ਾਂ ਨੂੰ ਜਾਣਨ ਦੇ ਲਈ ਮੈਂ ਹਿੰਦੀ ਭਾਸ਼ਾ ਨੂੰ ਲਿਆ ਸੀ ਸਰ। ਸਾਨੂੰ ਵੀ ਥੋੜ੍ਹਾ ਦੱਸੋ, ਸਾਹਿਤ ਦੀ ਤੁਸੀਂ ਗੱਲ ਕੀਤੀ ਹੈ, ਹਿੰਦੀ ਭਾਸ਼ਾ ਦਾ ਪਿਛੋਕੜ ਬਾਰੇ ਤੁਸੀਂ ਕੀ ਪੜ੍ਹਿਆ, ਇਹਦੇ ਬਾਰੇ ਕੀ ਤੁਸੀਂ ਜਾਣਿਆ ਹੁਣ ਤੱਕ? ਸਰ ਇਹਦਾ ਪਿਛੋਕੜ ਜਿਹੜਾ ਹੈਗਾ 1050 ਈਸਵੀ ਤੋਂ ਲੈ ਕੇ ਬਿਕਰਮੀ ਸੰਮਤ ਤੋਂ ਲੈ ਕੇ ਜਿਹੜਾ ਹਿੰਦੀ ਦਾ ਇਤਿਹਾਸ ਮੰਨਿਆ ਜਾਂਦਾ ਹੈ। ਵੈਸੇ ਜੇ ਇਸ ਦੇ ਸਭ ਤੋਂ ਪੁਰਾਣੇ ਇਤਿਹਾਸ ਦੀ ਗੱਲ ਕਰੀਏ ਤਾਂ ਵੈਦਿਕ ਸੰਸਕ੍ਰਿਤ 1500 ਈਸਾ ਪੂਰਵ ਤੋਂ ਇਹ ਸ਼ੁਰੂ ਹੋਈ ਆ। ਪਹਿਲਾਂ ਵੈਦਿਕ ਸੰਸਕ੍ਰਿਤ ਰਹੀ, ਫਿਰ ਲੌਕਿਕ ਸੰਸਕ੍ਰਿਤ ਰਹੀ, ਇਸ ਤੋਂ ਬਾਅਦ ਪਾਲੀ ਆਈ, ਪਾਲੀ ਤੋਂ ਬਾਅਦ ਪ੍ਰਾਕ੍ਰਿਤ ਆਈ, ਪ੍ਰਾਕ੍ਰਿਤ ਤੋਂ ਬਾਅਦ ਅਪਭ੍ਰੰਸ਼ ਆਈ, ਫਿਰ ਆਈ ਪੁਰਾਣੀ ਹਿੰਦੀ। ਤਾਂ ਜਿਹੜੀ ਪੁਰਾਣੀ ਹਿੰਦੀ ਸੀ ਉਹਦੇ ਵਿੱਚੋਂ ਨਿਕਲ ਕੇ ਸਰ ਸਾਡੀ ਇਹ ਹਿੰਦੀ ਆਉਂਦੀ ਹੈ, ਜਿਹਦਾ ਸਮਾਂ ਕਿ 1050 ਈਸਵੀ ਸੰਮਤ ਤੋਂ ਮੰਨਿਆ ਜਾਂਦਾ ਸਰ। ਤਾਂ ਉਸ ਤੋਂ ਲੈ ਕੇ ਹੁਣ ਤੱਕ ਦਾ ਜਿਹੜਾ ਇਤਿਹਾਸ ਸਾਰਾ ਚੱਲ ਰਿਹਾ ਸਰ, ਉਹ ਹਿੰਦੀ ਦਾ ਇਤਿਹਾਸ ਰਿਹਾ। ਇਹਦੇ ਵਿੱਚ ਸਰ ਲਿਖਣ ਵਾਲੇ ਸਿੱਧ ਵੀ ਹੋਏ ਨੇ, ਨਾਥ ਵੀ ਹੋਏ ਨੇ, ਸਾਨੂੰ ਭਗਤੀ ਕਾਲੀਨ ਸਾਹਿਤਿਆ ਮਿਲਦਾ, ਆਦਿਕਾਲੀਨ ਸਾਹਿਤਿਆ ਮਿਲਦਾ ਗਾ, ਰੀਤੀ ਕਾਲ ਵੀ ਮਿਲਦਾ ਗਾ ਤੇ ਆਧੁਨਿਕ ਕਾਲ ਵੀ ਸਰ ਸਾਨੂੰ ਇਹਦੇ ਵਿੱਚ ਮਿਲਦਾ ਗਾ। ਬਹੁਤ ਸਾਰੇ ਉਪਨਿਆਸ ਵੀ ਲਿਖੇ ਗਏ ਨੇ। ਤੇ ਇੱਕ ਖਾਸ ਗੱਲ ਹੋਰ, ਜਿੱਦਾਂ ਮੋਹਨ ਰਾਕੇਸ਼ ਜੀ ਨੇ ਪੰਜਾਬ ਵਿੱਚ ਜੰਮੇ ਪਲੇ ਨੇ, ਅੰਮ੍ਰਿਤਸਰ ਵਿੱਚ ਉਹਨਾਂ ਦਾ ਜਨਮ ਹੋਇਆ, ਤਾਂ ਸਰ ਉਹ ਇੱਕ ਪੰਜਾਬ ਦੇ ਜੰਪਲ ਹੋ ਕੇ ਉਹਨਾਂ ਨੇ ਵੀ ਹਿੰਦੀ ਦੇ ਵਿੱਚ ਲਿਖਿਆ ਗਾ ਸਰ। ਉਹਨਾਂ ਨੇ ਨਾਟਕ ਲਿਖੇ ਨੇ 4, ਤਾਂ ਉਹ ਇੱਕ ਪੰਜਾਬ ਤੋਂ ਬਿਲੋਂਗ ਕਰਦੇ ਨੇ। ਤਾਂ ਉਹਨਾਂ ਤੋਂ ਵੀ ਇੱਕ ਪ੍ਰੇਰਨਾ ਜਿਹੜੀ ਹੈ ਮੈਨੂੰ ਮਿਲੀ ਸੀ ਇਸ ਸਾਹਿਤ ਨੂੰ ਪੜ੍ਹਨ ਦੇ ਲਈ। ਜਿਸ ਤਰੀਕੇ ਨਾਲ ਤੁਸੀਂ ਹਿੰਦੀ ਪੜ੍ਹਦੇ ਸੀ ਤਾਂ ਪਰਿਵਾਰ ਦੇ ਵਿੱਚ ਆ ਕੇ ਫਿਰ ਹਿੰਦੀ ਨਹੀਂ ਬੋਲਿਆ ਜਾਂਦਾ ਸੀ?
ਹਾਂਜੀ ਸਰ, ਇਹ ਰਿਹਾ ਸੀ। ਟੋਟਲ ਤਾਂ ਪੰਜਾਬੀ ਬੋਲੀ ਜਾਂਦੀ ਸੀ, ਪਰ ਕਿਤੇ ਨਾ ਕਿਤੇ ਮੇਰਾ ਲਹਿਜਾ, ਮੇਰੇ ਸ਼ਬਦ ਸਰ ਆਟੋਮੈਟਿਕਲੀ ਹਿੰਦੀ ਦੇ ਆ ਜਾਂਦੇ ਸੀਗੇ। ਰਸਤੇ 'ਚ ਵੀ ਆਉਂਦੇ ਜਾਂਦੇ ਲੋਕਾਂ ਨੂੰ ਮਿਲਣਾ ਜਾਂ ਕਿਸੇ ਕੰਮ ਤੇ ਜਾਣਾ ਜਾਂ ਫਿਰ ਘਰੇ ਲਗਾ ਲਓ ਤਾਂ ਮੈਂ ਹਿੰਦੀ ਬੋਲ ਲੈਂਦੀ ਸੀ ਸਰ। ਇੱਕ ਹੋਰ ਗੱਲ, ਤੁਹਾਨੂੰ ਇਹ ਮੈਡਲ ਮਿਲਿਆ, ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ? ਕਿਉਂਕਿ ਇੱਕ ਬੜੀ ਵੱਡੀ ਐਜੂਕੇਸ਼ਨ ਦੇ ਵਿੱਚ ਮੈਡਲ ਮਿਲਣਾ ਬਹੁਤ ਵੱਡੀ ਅਚੀਵਮੈਂਟ ਹੈ। ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ? ਸਰ ਮੈਨੂੰ ਬਹੁਤ ਚੰਗਾ ਮਹਿਸੂਸ ਹੋ ਰਿਹਾ। ਤਾਂ ਚੰਗਾ ਮਹਿਸੂਸ ਸਰ ਆਪੇ ਹੀ ਹੋਣਾ, ਕਿਉਂਕਿ ਮੈਂ ਮਿਹਨਤ ਬਹੁਤ ਜ਼ਿਆਦਾ ਕੀਤੀ ਸੀ ਸਰ। ਮੈਂ ਦਿਨ ਰਾਤ ਇੱਕ ਕਰਤਾ ਸੀ ਇਸ ਮੈਡਲ ਨੂੰ ਜਿੱਤਣ ਦੇ ਲਈ। ਫਿਰ ਆਪਣਾ ਸਾਰੀ એનર્ਜੀ ਜੋ ਸੀ ਮੈਂ ਸਾਰੇ ਇਹਦੇ ਤੇ ਲਗਾ ਦਿੱਤੀ ਸੀ। ਜਿੱਦਾਂ ਕਹਿੰਦੇ ਹੁੰਦੇ ਆ ਨਾ ਕਿ ਜੋ ਦੁਨੀਆ को दिखाई दे उसे खामोशी कहते हैं, जो दुनिया को दिखाई दे उसे खामोशी कहते हैं, और जो आंखों में दिखाई दे उसे ਜਨੂਨ कहते हैं। तो ਸਰ ਮੇਰੇ ਵਿੱਚ ਵੀ ਉਹ ਇੱਕ ਜਨੂਨ ਸੀਗਾ ਕਿ ਮੈਂ ਮੈਡਲ ਜਿੱਤਣਾ। ਤਾਂ ਫਿਰ ਇਹਦੇ ਲਈ ਮੈਂ ਬਹੁਤ ਜ਼ਿਆਦਾ ਐਫਰਟਸ ਕੀਤੇ, ਹਾਰਡ ਵਰਕ ਕੀਤਾ। ਤਾਂ ਫਿਰ ਸਰ ਖੁਸ਼ੀ ਦਾ ਵੀ ਕੋਈ ਟਿਕਾਣਾ ਨਹੀਂ ਸੀਗਾ। ਬਿਲਕੁਲ। ਇੱਕ ਸਹਿਯੋਗ ਦੀ ਵੀ ਗੱਲ ਹੁੰਦੀ ਹੈ। ਤੁਸੀਂ ਦੱਸਿਆ ਤੁਹਾਡੇ ਪਿੰਡ ਤੋਂ, ਇੱਕ ਤੁਸੀਂ ਪਿੰਡ ਦੇ ਵਿੱਚ ਬਿਲੋਂਗ ਕਰਦੇ ਹੋ। ਕੀ ਲੱਗਦਾ ਹੈ ਜਿਸ ਤਰੀਕੇ ਨਾਲ ਧੀਆਂ ਮਿਹਨਤ ਕਰਦੀਆਂ, ਸਾਡੀਆਂ ਕੁੜੀਆਂ ਮਿਹਨਤ ਕਰਦੀਆਂ ਨੇ, ਕੀ ਲੱਗਦਾ ਸਰ ਮੌਜੂਦਾ ਸਰਕਾਰਾਂ ਦੀ ਮੈਂ ਗੱਲ ਕਰਾਂ, ਕੋਈ ਵੀ ਸਰਕਾਰ ਆਉਂਦੀ ਹੈ, ਕੀ ਲੱਗਦਾ ਉਸ ਤਰੀਕੇ ਦੇ ਨਾਲ, ਜਿਸ ਤਰੀਕੇ ਨਾਲ ਬੱਚਾ ਮਿਹਨਤ ਕਰਦਾ, ਉਸ ਤਰੀਕੇ ਨਾਲ ਉਹਦਾ ਮਿਹਨਤ ਦਾ ਮੁੱਲ ਪੈਂਦਾ, ਉਹਨੂੰ ਐਫਰਟ ਮਿਲਦੀਆਂ ਨੇ? ਸਰ ਉਮੀਦਾਂ ਤਾਂ ਹੁਣ ਸਰਕਾਰ ਬਦਲੀ ਆ ਤਾਂ ਉਮੀਦ ਇੱਕ ਕਰ ਰਹੇ ਆ ਕਿ ਪਰਿਵਰਤਨ ਆਊਗਾ। ਤਾਂ ਹੋਪ ਇੱਕ ਹੈਗੀ ਆ ਸਰ। ਬਾਕੀ ਜਿੰਨਾ ਚਿਰ ਆਉਂਦਾ ਨਹੀਂ ਉਹਨਾਂ ਚਿਰ ਕੁਝ ਨਹੀਂ ਕਿਹਾ ਜਾ ਸਕਦਾ, ਪਰ ਇੱਕ ਉਮੀਦ ਲਗਾ ਰਹੇ ਆ ਕਿ ਪਰਿਵਰਤਨ ਆਉਣਾ ਚਾਹੀਦਾ। ਕਿ ਪਹਿਲਾਂ ਵਾਲੀਆਂ ਸਰਕਾਰਾਂ ਨੇ ਤਾਂ ਬਹੁਤ ਸਾਰੇ ਆਪਾਂ ਦੇਖ ਰਹੇ ਆ ਈਟੀਟੀ ਪਾਸ ਨੇ, ਉਹਨਾਂ ਦੇ ਧਰਨੇ ਚੱਲ ਰਹੇ ਨੇ ਸਰ। ਟੈਟ ਕਲੀਅਰ ਕਰਕੇ ਇੱਥੇ ਰੁਲ ਰਹੇ ਨੇ। ਤਾਂ ਸਰ ਮੈਨੂੰ ਵੀ ਇਹੀ ਡਰ ਹੈ ਕਿਤੇ ਮੈਂ ਨੈਟ ਕਲੀਅਰ ਕਰਕੇ, ਮੈਂ ਯੂਜੀਸੀ ਨੈਟ ਵੀ ਕਲੀਅਰ ਕਰ ਚੁੱਕੀ ਹਾਂ, 골ਡ ਮੈਡਲ ਲੈਣ ਤੋਂ ਬਾਅਦ ਵੀ ਕਿਤੇ ਮੈਂ ਵੀ ਉਹਨਾਂ ਦੀ ਤਰ੍ਹਾਂ ਧਰਨੇ ਲਾਉਣ ਜੋਗੀ ਹੀ ਨਾ ਰਹਿ ਜਾਵਾਂ। ਜਿਹੜੇ ਤਾਂ ਇੱਥੋਂ ਦੇ ਵਿਧਾਇਕ ਨੇ ਜਾਂ ਇੱਥੋਂ ਦੇ ਜਿਹੜੇ ਇੰਚਾਰਜ ਨੇ, ਉਹ ਨਵੇਂ ਪ੍ਰੋਫੈਸਰ ਬਲਜਿੰਦਰ ਕੌਰ ਐਮਐਲਏ ਬਣੇ ਨੇ, ਤੁਹਾਨੂੰ ਉਹਨੇ ਵਧਾਈ ਦਿੱਤੀ ਇਸ ਗੱਲ ਨੂੰ ਲੈ ਕੇ ਵੀ ਸਾਡੇ ਹਲਕੇ ਦੀ ਕੁੜੀ ਇੱਕ 골ਡ ਮੈਡਲ ਲੈ ਕੇ ਆਈ ਹੈ ਐਜੂਕੇਸ਼ਨ ਦੇ ਵਿੱਚ? ਬਹੁਤ ਵੱਡੀ ਗੱਲ ਹੈ। ਉਹਨਾਂ ਨੇ ਤੁਹਾਡਾ ਫੋਨ ਫਾਨ ਤੇ ਜਾਂ ਵੈਸੇ ਵਧਾਈ ਵਗੈਰਾ ਦਿੱਤੀ ਉਹਨਾਂ ਨੇ? ਸਰ ਅੱਜ ਤੋਂ 5-6 ਦਿਨ ਪਹਿਲਾਂ ਬਲਜਿੰਦਰ ਕੌਰ ਜੀ ਪਿੰਡ ਵਿੱਚ ਆਏ ਸੀ ਧੰਨਵਾਦੀ ਦੌਰੇ ਦੇ ਤੌਰ ਤੇ। ਤਾਂ ਮੈਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਬੁਲਾਇਆ ਗਿਆ ਸੀ। ਤਾਂ ਸਨਮਾਨ ਦੇ ਤੌਰ ਤੇ ਉਹਨਾਂ ਨੇ ਮੈਨੂੰ ਵਧਾਈ ਦਿੱਤੀ ਤੇ ਇੱਕ ਜੋ ਟਰੋਫੀ ਹੈ ਸਰ ਉਹ ਵੀ ਮੈਨੂੰ ਦਿੱਤੀ ਗਈ। ਮੇਰੀ ਇੱਕ ਸਵਾਲ ਹੈ, ਹਮੇਸ਼ਾ ਹੁੰਦਾ, ਮੈਂ ਬਹੁਤ ਕਾਫੀ ਇੰਟਰਵਿਊ ਕੀਤੀਆਂ ਕਿ ਟਰੋਫੀਆਂ ਦੇ ਨਾਲ ਜਾਂ ਕਿਤੇ ਮਾਣ ਸਨਮਾਨ, ਮੈਂ ਮਾਣ ਸਨਮਾਨ ਨੂੰ ਨਹੀਂ, ਮਾਣ ਸਨਮਾਨ ਨਹੀਂ ਹੁੰਦਾ, ਮਾਣ ਸਨਮਾਨ ਵੀ ਬਹੁਤ ਉੱਚਾ ਲੈ ਜਾਂਦਾ। ਕੀ ਲੱਗਦਾ ਜਿਸ ਤਰੀਕੇ ਨਾਲ ਸਾਡੇ ਘਰਾਂ ਦੇ ਹਾਲਾਤ ਹੁੰਦੇ ਨੇ, ਸਾਨੂੰ ਆਉਣ ਜਾਣ ਦੇ ਲਈ ਪੈਸੇ ਦੀ ਵੀ ਲੋੜ ਹੁੰਦੀ ਹੈ, ਟਿਕਟਾਂ ਵੀ ਹੁੰਦੀ ਹੈ, ਕੀ ਲੱਗਦਾ ਇਸ ਤਰੀਕੇ ਨਾਲ ਟਰੋਫੀਆਂ ਵਗੈਰਾ ਦੇ ਨਾਲ ਸਾਡਾ ਜਿਹੜਾ ਹੈਗਾ ਉਸ ਤਰੀਕੇ ਦਾ ਮਨੋਬਲ ਨੂੰ ਲੱਗਦਾ ਵੀ ਉਸ ਤਰੀਕੇ ਦੇ ਨਾਲ ਸਾਡੀ ਜਿਹੜੀ ਹੈਗਾ ਸਾਨੂੰ ਫਾਇਦਾ ਮਿਲਦਾ? ਸਰ ਜਿੱਦਾਂ ਕੋਈ ਵੀ ਟਰੋਫੀ ਵਗੈਰਾ ਦੇ ਦਿੱਤੀ ਜਾਂਦੀ ਹੈ ਜਾਂ ਸ਼ੀਲਡ ਵਗੈਰਾ ਦਿੱਤੇ ਜਾਂਦੇ ਨੇ, ਠੀਕ ਹੈ, ਇਹ ਚੀਜ਼ਾਂ ਸਾਡੇ ਵਿੱਚ ਇੱਕ ਹੱਲਾਸ਼ੇਰੀ ਉਤਸ਼ਾਹ ਲੈ ਕੇ ਆਉਂਦੀਆਂ ਨੇ। ਪਰ ਸਰ ਇਹਦੇ ਨਾਲ ਨਾਲ ਜੇ ਅਸੀਂ ਬੱਚੇ ਨੂੰ ਜਾਂ ਕਿਸੇ ਵੀ ਵਿਅਕਤੀ ਨੂੰ ਆਰਥਿਕ ਸਹਾਇਤਾ ਦਿੰਦੇ ਆ ਤਾਂ ਮੈਨੂੰ ਲੱਗਦਾ ਉਹਦਾ ਜ਼ਿਆਦਾ ਸਰ ਲਾਭ ਮਿਲੇਗਾ। ਕਿਉਂਕਿ ਜਿੱਦਾਂ ਮੈਂ ਵੀ ਕਈ ਸਮੱਸਿਆਵਾਂ ਫੇਸ ਕੀਤੀਆਂ ਸਰ। ਹੁਣ ਘਰਾਂ ਦੇ ਹਾਲਾਤ ਤੁਹਾਨੂੰ ਵੀ ਪਤਾ ਪਿੰਡਾਂ ਵਿੱਚ ਕਿਹੋ ਜਿਹੇ ਹੁੰਦੇ ਨੇ, ਆਮ ਘਰਾਂ ਦੇ ਬੱਚੇ ਆ ਖੇਤੀਬਾੜੀ ਵਾਲੇ। ਤਾਂ ਸਰ ਹੁਣ ਲੈਪਟਾਪ ਚਾਹੀਦਾ ਸੀਗਾ ਤਾਂ ਰਿਸਰਚ ਦਾ ਕੰਮ ਮੈਂ ਕੀਤਾ, ਥੀਸਿਸ ਲਿਖਿਆ ਹੋਇਆ ਸਰ। ਤਾਂ ਮੈਂ ਇੱਕ ਬੁੱਕ ਵੀ ਤਿਆਰ ਕੀਤੀ, ਇਸ ਵਕਤ ਮੇਰੇ ਕੋਲ ਨਹੀਂ, ਅੰਦਰ ਪਈ ਹੋਈ ਆ। ਤਾਂ ਸਰ ਉਹ ਸਾਰਾ ਟਾਈਪ ਕਰਨਾ ਬੜਾ ਹੀ ਔਖਾ ਸੀ ਤੇ ਮੈਂ ਫੋਨ ਦੇ ਵਿੱਚ ਹਿੰਦੀ ਟਾਈਪਿੰਗ ਕੀਤੀ। ਤਾਂ ਮੈਨੂੰ ਪਤਾ ਸਰ ਉਹ 2-3 ਮਹੀਨੇ ਦਾ ਕੰਮ ਸੀ ਜਿਹੜਾ ਮੈਂ ਸਾਰਾ ਫੋਨ ਦੇ ਉੱਤੇ ਕੀਤਾ। ਤਾਂ ਲੈਪਟਾਪ ਨਾ ਹੋਣ ਕਰਕੇ ਮੈਨੂੰ ਬੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਸਰ। ਇਹ ਲੱਗਦਾ ਨਾ ਵੀ ਕਿਤੇ ਨਾ ਕਿਤੇ ਸਾਡੇ ਜਿਹੜੇ ਇਸ ਤਰੀਕੇ ਦੇ ਨੇ ਕੋਈ ਵੱਡੇ ਲੋਕ ਨੇ ਜਾਂ ਕੋਈ ਪੋਲੀਟੀਕਲ ਲੋਕ ਨੇ, ਤਾਂ ਲੱਗਦਾ ਨਾ ਕਿਤੇ ਵੀ ਉਹ ਚੀਜ਼ਾਂ ਨੂੰ ਉਹ ਜ਼ਿੰਮੇਵਾਰ ਤਾਂ ਹੈਗੇ ਨੇ। ਹਾਂਜੀ ਸਰ ਹੈਗੇ ਨੇ। ਉਹ ਜੇ ਉਹ ਨਹੀਂ ਕਰਨਗੇ ਤਾਂ ਫਿਰ ਕਰੂਗਾ ਕੌਣ? ਉਹਨਾਂ ਨੂੰ ਤਾਂ ਜਿਹੜੀ ਸਾਡੇ ਹਲਕੇ ਦੀ, ਸਾਡੇ ਰਾਜ ਦੀ ਜਾਂ ਦੇਸ਼ ਦੀ ਕਹਿ ਲਓ ਬਾਗਡੋਰ ਇਸੇ ਲਈ ਦਿੱਤੀ ਜਾਂਦੀ ਹੈ, ਸੰਭਲਾਈ ਜਾਂਦੀ ਹੈ ਕਿ ਤੁਸੀਂ ਬੱਚਿਆਂ ਦੇ ਲਈ, ਭਵਿੱਖ ਦੇ ਲਈ ਕੁਝ ਨਾ ਕੁਝ ਕਰੋ। ਫਿਰ ਤਾਂ ਸਰ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ, ਦਾਇਤਵ ਸਾਰਾ ਉਹਨਾਂ ਦਾ ਹੈ। ਬਿਲਕੁਲ। ਜਿਹੜਾ ਤੁਸੀਂ ਇਹ 골ਡ ਮੈਡਲ ਜਿੱਤਿਆ, ਇਹ ਤੁਸੀਂ, ਮੈਂ ਕਹਿ ਸਕਦਾ ਵੀ ਇਹ ਇੰਡੀਆ ਦਾ ਹੈਗਾ ਪਹਿਲਾ ਜਿਹੜਾ ਤੁਹਾਨੂੰ 골ਡ ਮੈਡਲ ਮਿਲਿਆ। ਜਿਸ ਤਰੀਕੇ ਨਾਲ ਮਿਲਿਆ ਉਸ ਤਰੀਕੇ ਨਾਲ ਕੋਈ ਪਿੰਡ 'ਚੋਂ ਸਹਿਯੋਗ ਮਿਲਿਆ ਜਾਂ ਤੁਹਾਨੂੰ ਕੋਈ ਬਾਹਰੋਂ ਸਹਿਯੋਗ ਮਿਲਿਆ? ਸਰ ਪਿੰਡ 'ਚੋਂ ਤਾਂ ਕੋਈ ਸਹਿਯੋਗ ਨਹੀਂ ਮਿਲਿਆ, ਘਰੋਂ ਸਹਿਯੋਗ ਮਿਲਦਾ ਰਿਹਾ। ਪੇਰੈਂਟਸ ਤੋਂ ਜਿੰਨਾ ਹੋਇਆ ਮੇਰੇ ਲਈ ਕੀਤਾ। ਜਾਂ ਜਿੱਥੋਂ ਮੈਂ ਪੜ੍ਹ ਰਹੀ ਸੀ ਮੇਰੇ ਗੁਰੂ ਜੀ ਸੀਗੇ, ਤਾਂ ਮੇਰੇ HOD ਸਰ ਜਾਂ ਬਾਕੀ ਮੇਰੇ ਪ੍ਰੋਫੈਸਰ ਸੀ, ਉਹਨਾਂ ਨੇ ਮੈਨੂੰ ਸਹਿਯੋਗ ਦਿੱਤਾ ਸਰ। ਤਾਂ ਜਾਂ ਕੁਝ ਬੱਚਿਆਂ ਦਾ ਵੀ ਮੈਨੂੰ ਸਹਿਯੋਗ ਰਿਹਾ ਸਰ, 1-2 ਦਾ, ਜਿੱਦਾਂ ਕਿਤਾਬਾਂ ਵਗੈਰਾ ਚਾਹੀਦੀਆਂ ਹੁੰਦੀਆਂ ਸੀ ਤਾਂ ਉਹ ਮੈਨੂੰ ਦੇ ਦਿੰਦੇ। ਜਾਂ ਜੋ ਖਾਸ ਕਰਕੇ ਬਠਿੰਡਾ ਸ਼ਹਿਰ ਤੋਂ ਮਤਲਬ ਜਾਂ ਤਲਵੰਡੀ ਤੋਂ ਨਹੀਂ ਮਿਲਦੀਆਂ ਹਿੰਦੀ ਦੀਆਂ ਬੁੱਕਸ, ਤਾਂ ਦਿੱਲੀ ਵਗੈਰਾ ਤੋਂ ਮੰਗਾਉਣੀਆਂ ਪੈਂਦੀਆਂ ਸੀ। ਤਾਂ 1-2 ਬੱਚੇ ਇਹੋ ਜਿਹੇ ਸੀ ਜੋ ਉੱਧਰ ਜਾਂਦੇ ਸੀ ਤਾਂ ਉਹ ਮੈਨੂੰ ਸਰ ਮੁਹੱਈਆ ਕਰਵਾਉਂਦੇ ਹੁੰਦੇ ਸੀ। ਇੱਕ ਹੋਰ ਗੱਲ ਗੁਰਪ੍ਰੀਤ, ਜਿਸ ਤਰੀਕੇ ਨਾਲ ਤੁਸੀਂ MA ਵਗੈਰਾ ਕੀਤੀ, ਇਸ ਤੋਂ ਬਾਅਦ ਕੀ ਸੋਚ ਹੈ, ਕੀ ਲੈ ਕੇ ਚੱਲੋ ਵੀ ਹੁਣ ਮੈਂ ਕੀ ਗੌਰਮੈਂਟ ਜੌਬ ਕਰਨੀ ਜਾਂ ਕੋਈ ਹੋਰ ਵੀ ਹਜੇ ਪੜ੍ਹਾਈ ਕਰਨੀ? ਸਰ ਪੜ੍ਹਾਈ ਦਾ ਇਰਾਦਾ ਤਾਂ ਮੇਰਾ PhD ਕਰਨ ਦਾ ਹੈਗਾ ਗਾ। ਤਾਂ ਮੈਂ JRF ਕਲੀਅਰ ਕਰਨਾ ਚਾਹੁੰਦੀ ਹਾਂ, ਇਸ ਤੋਂ ਬਾਅਦ ਮੈਂ PhD ਕਰਨੀ ਆ। ਪਰ ਸਰ ਜੇ ਕੋਈ ਜੌਬ ਵੀ ਮੈਨੂੰ ਗੌਰਮੈਂਟ ਜੌਬ ਮਤਲਬ ਦੇ ਦਿੱਤੀ ਜਾਂਦੀ ਹੈ ਤਾਂ ਸਰ ਨਾਲ ਨਾਲ ਮੈਂ PhD ਵੀ ਕੰਟੀਨਿਊ ਰੱਖ ਸਕਦੀ ਹਾਂ।
ਜਿੱਦਾਂ ਮੇਰਾ ਨੈਟ ਕਲੀਅਰ ਹੈ ਤਾਂ ਉਸ ਬੇਸ ਤੇ ਮੈਨੂੰ ਮਿਲਣੀ ਚਾਹੀਦੀ ਹੈ ਸਰ, ਕਿਉਂਕਿ ਨੈਸ਼ਨਲ ਲੈਵਲ ਦਾ ਇੱਕ ਐਗਜ਼ਾਮ ਹੁੰਦਾ UGC ਨੈਟ ਵੀ। ਜਦੋਂ ਤੁਹਾਡੇ ਕੋਲੇ ਤੁਹਾਡੇ ਹਲਕੇ ਦੇ MLA ਤੁਸੀਂ ਉਹਨਾਂ ਕੋਲ ਗੱਲ ਕੀਤੀ ਸੀ ਮੈਨੂੰ ਨੌਕਰੀ ਦੇ ਦਿਓ? ਨਹੀਂ ਸਰ, ਇਸ ਮਸਲੇ ਵਿੱਚ ਮੈਂ ਕੋਈ ਗੱਲ ਨਹੀਂ ਕੀਤੀ, ਕਿਉਂਕਿ ਉਹਨਾਂ ਨੇ ਮੈਨੂੰ ਸਨਮਾਨ ਕੀਤਾ ਤਾਂ ਇਕੱਠ ਬਹੁਤ ਜ਼ਿਆਦਾ ਸੀ, ਤਾਂ ਬਾਕੀ ਸਾਰੇ ਲੋਕ ਵੀ ਆਪਣੀਆਂ ਗੱਲਾਂ ਬਾਤਾਂ ਕਰ ਰਹੇ ਸੀ ਨਾ, ਇਸ ਲਈ। ਤੁਹਾਡੇ ਨਾਲ ਕੋਈ ਪਰਸਨਲੀ ਤੌਰ ਤੇ 2-3 ਮਿੰਟ ਗੱਲ ਨਹੀਂ ਹੋਈ? ਨਹੀਂ ਸਰ, ਗੱਲਬਾਤ ਕੋਈ ਨਹੀਂ ਹੋਈ। ਇਹ ਹਾਲਾਤ ਨੇ। ਮੈਂ ਕੈਮਰਾਮੈਨ ਨੂੰ ਅਪੀਲ ਕਰੂੰਗਾ ਕਿ ਬੁੱਕ ਦਿਖਾਈ ਜਾਵੇ, ਕਿਉਂਕਿ ਇਹਨਾਂ ਕੋਲੇ ਲੈਪਟਾਪ ਲਿਆਉਣ ਦੇ ਲਈ ਪੈਸੇ ਨਹੀਂ ਸੀ। ਇਸ ਲੜਕੀ ਨੇ ਆਪਣੇ ਮੋਬਾਈਲ ਦੇ ਉੱਤੇ ਰਿਸਰਚ ਕਰਕੇ ਮੋਬਾਈਲ ਦੇ ਉੱਪਰ ਫਿਰ ਇਹ ਕਿਤਾਬ ਲਿਖੀ ਹੈ, ਕਿਉਂਕਿ ਲੈਪਟਾਪ ਹੋਣਾ ਲਾਜ਼ਮੀ ਸੀ। ਦੱਸਣ ਦੇ ਮੁਤਾਬਕ ਮਾਤਾ ਜੀ ਦੱਸਦੀ ਵੀ ਇਨਵਰਟਰ ਦੇ ਹੋਣ ਦੇ ਨਾਲ ਇਨਵਰਟਰ ਵੀ ਨਹੀਂ ਸੀ, ਤਾਂ ਵੀ 2-2 ਵਜੇ ਤੱਕ ਪੜ੍ਹਾਈ ਕਰਦੇ। ਮੈਂ ਕੈਮਰਾਮੈਨ ਨੂੰ ਅਪੀਲ ਕਰੂੰ ਆ ਦਿਖਾਇਆ ਜਾਵੇ। ਇਹ ਤੁਸੀਂ ਆਪ ਲਿਖੀ ਸਾਰੀ ਜੀ? ਹਾਂਜੀ ਸਰ, ਮੈਂ ਆਪੇ ਲਿਖੀ ਆ, ਆਪੇ ਸਾਰੀ ਮੈਂ ਟਾਈਪਿੰਗ ਵੀ ਫੋਨ ਦੇ ਵਿੱਚ ਹੀ ਕੀਤੀ ਆ। ਠੀਕ ਹੈ ਜੀ। ਹਾਂਜੀ ਸਰ। ਜਿਹੜਾ ਲੈਪਟਾਪ ਦਾ ਕੰਮ ਸੀ ਉਹ ਫੋਨ ਨਾਲ ਕਰ ਲਿਆ? ਹਾਂਜੀ ਸਰ, ਸਾਰਾ ਕੰਮ ਫੋਨ ਤੇ ਕੀਤਾ 2-3 ਮਹੀਨਿਆਂ ਦੇ ਵਿੱਚ, ਜਿਹੜੀ ਮੈਂ ਕੰਪਲੀਟ ਕੀਤੀ ਆ। ਤੇ ਪਰਿਵਾਰ ਦੇ ਵਿੱਚ ਕੌਣ ਕੌਣ ਹੈ? ਸਰ ਪਰਿਵਾਰ ਦੇ ਵਿੱਚ ਮੇਰੇ ਪਿਤਾ ਜੀ, ਮੰਮੀ ਤੇ ਮੇਰੇ ਭਰਾ ਭਾਬੀ ਤੇ ਭਤੀਜਾ ਤੇ ਮੈਂ ਸਰ। ਬਿਲਕੁਲ ਮੈਂ ਦੇਖੂੰਗਾ, ਦਿਖਾ ਦਿਓ ਤੁਹਾਨੂੰ। ਮੈਂ ਅਪੀਲ ਕਰੂੰਗਾ ਕੈਮਰਾਮੈਨ ਨੂੰ ਕਿ ਗੁਰਪ੍ਰੀਤ ਤੁਸੀਂ ਖੋਲ ਕੇ ਦਿਖਾ ਦਿਓ ਕਿਤਾਬ ਨੂੰ। ਦੇ ਤੁਸੀਂ ਵੇਖ ਸਕਦੇ ਹੋ ਕਿ ਜੋ ਚੀਜ਼ ਲੈਪਟਾਪ ਨਾਲ ਹੋਣੀ ਸੀ ਉਹ ਫੋਨ ਦੇ ਨਾਲ ਟੈਪ ਕਰਕੇ ਕੀਤੀ ਗਈ ਹੈ। ਇਹ ਸਾਡੇ ਆਉਣ ਵਾਲਾ ਭਵਿੱਖ ਹੈ। ਇਹਨਾਂ ਨੂੰ ਸਰਕਾਰਾਂ ਨੂੰ ਵੀ ਚਾਹੀਦਾ ਕਿ ਇਹ ਭਵਿੱਖਾਂ ਨੂੰ ਸਾਂਭ ਕੇ ਰੱਖਿਆ ਜਾਵੇ, ਇਹਨਾਂ ਦੀ ਮਦਦ ਕੀਤੀ ਜਾਵੇ, ਕਿਉਂਕਿ ਦੱਸਣ ਮੁਤਾਬਕ ਪਰਿਵਾਰ ਦੇ ਵਿੱਚ ਕੋਈ ਬਾਹਲੀ ਗੁੰਜਾਇਸ਼ ਨਹੀਂ ਹੈਗੀ, ਕਿਸੇ ਚੀਜ਼ ਦੀ ਗੁੰਜਾਇਸ਼ ਨਹੀਂ ਹੈਗੀ। ਬਾਣ ਦੇ 5-7 ਕਿੱਲੇ ਨੇ, ਉਹ ਵੀ ਕਹਿੰਦੇ ਮਾੜੇ ਪਾਣੀ ਦੇ ਨੇ। ਗੁਰਪ੍ਰੀਤ ਕੌਰ ਖੁਦ ਆਪ ਮਿਹਨਤ ਕਰਕੇ ਪੜ੍ਹੀ ਇੱਥੇ ਤੱਕ ਪਹੁੰਚੀ ਹੈ। ਇਹ ਬਹੁਤ ਵੱਡੇ ਮਾਣ ਦੇ ਲਈ ਗੱਲ ਹੈ ਕਿ ਇੱਕ ਆਮ ਘਰ ਦੀ ਧੀ ਨੇ ਇੱਕ MA ਹਿੰਦੀ ਦੇ ਵਿੱਚੋਂ ਇੱਕ ਮੈਡਲ ਜਿੱਤਿਆ, 골ਡ ਮੈਡਲ ਜਿੱਤਿਆ। ਸਾਡੀਆਂ ਸਰਕਾਰਾਂ ਨੂੰ ਵੀ ਚਾਹੀਦਾ ਕਿ ਇਹਨਾਂ ਆਮ ਘਰਾਂ ਦੀਆਂ ਧੀਆਂ ਨੂੰ ਇਹਨਾਂ ਦੇ ਭਵਿੱਖ ਦੇ ਲਈ ਇਹਨਾਂ ਦੀ ਮਦਦ ਕਰਨੀ ਚਾਹੀਦੀ ਹੈ, ਅਤੇ ਸਰਕਾਰਾਂ ਨੂੰ ਵੀ ਚਾਹੀਦਾ ਕਿ ਇਹਨਾਂ ਦੀ ਵੱਧ ਤੋਂ ਵੱਧ ਮਦਦ ਕਰੇ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਹੋਰ ਵੀ ਤਰੱਕੀਆਂ ਕਰ ਸਕਣ। ਕਿਉਂਕਿ ਸਾਡੀਆਂ ਪੰਜਾਬ ਦੀਆਂ ਧੀਆਂ ਬਹੁਤ IPS ਨੇ, IS ਨੇ, PCS ਨੇ, ਟੈਸਟ ਕਲੀਅਰ ਕਰਕੇ ਨੌਕਰੀਆਂ 'ਤੇ ਲੱਗੀਆਂ ਨੇ, ਪਰ ਮਿਹਨਤ ਕਰਕੇ। ਉਵੇਂ ਗੁਰਪ੍ਰੀਤ ਕੌਰ ਆ ਜਿਹੜੀ ਦਿਨ ਰਾਤ ਮਿਹਨਤ ਕਰ ਰਹੀ ਹੈ। ਭੈਣੇ ਇੱਕ ਗੱਲ ਤਾਂ ਹੈਗੀ ਹੈ ਕਿ ਜਿਹੜਾ ਬੰਦਾ ਮਿਹਨਤ ਕਰਦਾ ਉਹਨੂੰ ਮੰਜ਼ਿਲ ਵੀ ਜਲਦੀ ਮਿਲ ਜਾਂਦੀ ਹੁੰਦੀ ਹੈ। ਤੁਸੀਂ ਬਿਲਕੁਲ ਵਧਾਈ ਦੇ ਪਾਤਰ ਹੋ, ਕੀ ਕਹਿਣਾ ਚਾਹੁੰਦੇ ਹੋ? ਹਾਂਜੀ ਸਰ, ਸਾਰਾ ਕੁਝ ਮਿਹਨਤ ਸਦਕਾ ਹੀ ਹੁੰਦਾ, ਔਰ ਉਸ ਤੋਂ ਵੀ ਪਹਿਲਾਂ ਜਿਹੜਾ ਪਰਮਾਤਮਾ ਦਾ ਸਾਥ ਹੁੰਦਾ ਸਰ। ਜੇ ਇਕੱਲੇ ਅਸੀਂ ਸਾਥ ਹੀ ਰਹਿ ਜਾਈਏ ਤਾਂ ਵੀ ਨਹੀਂ ਅਸੀਂ ਕਾਮਯਾਬ ਹੋ ਸਕਦੇ, ਤਾਂ ਮਿਹਨਤ ਪਲੱਸ ਸਰ ਪਰਮਾਤਮਾ ਦਾ ਸਾਥ, ਦੋਨੋਂ ਚੀਜ਼ਾਂ ਦਾ ਸਾਡੇ ਲਾਈਫ ਦੇ ਵਿੱਚ ਹੋਣਾ ਜ਼ਰੂਰੀ ਆ। ਬਿਲਕੁਲ। ਜਿਹੜਾ ਪਰਿਵਾਰ ਦੇ ਵਿੱਚ ਤੁਸੀਂ ਦੱਸਿਆ ਪਹਿਲੀ ਵੀ ਬਹੁਤ ਥੋੜ੍ਹੀ ਹੈ, ਪਰਿਵਾਰ ਨੇ ਫਿਰ ਫੁੱਲ ਸਪੋਰਟ ਕਰਦੇ ਰਹੇ ਨੇ? ਐ ਨਹੀਂ ਕਿ ਵੀ ਤੂੰ ਬਾਹਲੇ ਪੈਸੇ ਖਰਚ ਹੋ ਜਾਣਗੇ, ਤੂੰ ਗੁਰਪ੍ਰੀਤ ਥੋੜ੍ਹਾ ਜਿਹਾ ਹੋਰ ਆਪਾਂ ਲੋਕਲ ਸਕੂਲ 'ਚ ਪੜ੍ਹ ਲੈਂਦੇ ਜਾਂ ਲੋਕਲ ਕਾਲਜ ਦੇਖ ਲੈ ਇੱਥੋਂ? ਨਹੀਂ ਸਰ, ਪਰਿਵਾਰ ਨੇ ਮੈਨੂੰ ਪੂਰਾ ਸਹਿਯੋਗ ਦਿੱਤਾ, ਜਿੱਦਾਂ ਵੀ ਉਹਨਾਂ ਨੇ ਕੀਤਾ ਉਹਨਾਂ ਤੋਂ ਮਤਲਬ ਹੋ ਸਕਿਆ ਉਹਨਾਂ ਨੇ ਮੈਨੇਜ ਸਾਰਾ ਕੁਝ ਮੇਰੇ ਲਈ ਕਰਨ ਦੀ ਕੋਸ਼ਿਸ਼ ਕੀਤੀ ਹੈ ਸਰ। ਬਹੁਤ ਬਹੁਤ ਧੰਨਵਾਦ ਸਾਨੂੰ ਸਮਾਂ ਦੇਣ ਲਈ। ਇਹ ਹੈ ਗੁਰਪ੍ਰੀਤ ਕੌਰ, ਜੋ MA ਐਜੂਕੇਸ਼ਨ ਦੇ ਵਿੱਚ ਇਹਨਾਂ ਨੇ ਹਿੰਦੀ ਦੇ ਵਿੱਚ 골ਡ ਮੈਡਲ ਜਿੱਤਿਆ। ਇਹ ਬਹੁਤ ਮਾਣ ਦੀ ਗੱਲ ਹੈ, ਸਾਡੇ ਬਠਿੰਡੇ ਜ਼ਿਲ੍ਹੇ ਦੇ ਨਹੀਂ ਸਗੋਂ ਪੂਰੇ ਪੰਜਾਬ ਦੇ ਲਈ ਬਹੁਤ ਵੱਡੀ ਮਾਣ ਦੀ ਗੱਲ ਹੈ, ਕਿਉਂਕਿ ਇਹ ਆਮ ਘਰਾਂ ਤੋਂ ਉੱਠੇ ਹੋਏ ਧੀ ਪੁੱਤ ਨੇ। ਦੱਸਣ ਮੁਤਾਬਕ 5-7 ਕਿੱਲੇ ਬਾਣਦੇ ਨੇ, ਜਿਹਨਾਂ ਕਿ ਤੁਹਾਨੂੰ ਪਤਾ ਹੀ ਹੈ ਵੀ 5-7 ਕਿੱਲਿਆਂ ਵਾਲਿਆਂ ਦੇ ਬਣਨ ਦਾ ਗੁਜ਼ਾਰਾ ਮਸੀ ਚੱਲਦਾ ਹੈ। ਸਾਡੀਆਂ ਸਰਕਾਰਾਂ ਨੂੰ ਚਾਹੀਦਾ ਵੱਧ ਤੋਂ ਵੱਧ ਇਹ ਵੀਡੀਓ ਸ਼ੇਅਰ ਕਰਿਓ ਤਾਂ ਕਿ ਇਸ ਕੁੜੀ ਦੀ ਮਦਦ ਹੋ ਸਕੇ। ਤੁਸੀਂ ਜੁੜੇ ਰਹੋ ਲੋਕ ਰਾਏ TV ਦੇ ਨਾਲ। ਕੈਮਰਾਮੈਨ ਸੰਦੀਪ ਦੇ ਨਾਲ ਪਰਮਿੰਦਰ ਸਿੰਘ, ਧੰਨਵਾਦ।